ਇਹ ਲਓ ਜੀ, ਹੁਣ ਜਿਹੜੇ ਬੰਦੇ ਜੋਕਾਂ ਦਾ ਸਵਾਲ ਕਰਦੇ ਸਨ, ਅੱਜ ਉਹ ਵੀ ਆਪਣੇ ਆ ਜਰਾ ਨਾ ਗੌਰ ਫਿਕਰ ਨਾਲ ਜਰਾ ਗੱਲ ਸੁਣ ਲਓ ਸਾਡੀ। ਇਹ ਜਿਹੜੀਆਂ ਜੋਕਾਂ ਪਈਆਂ ਨੇ ਨਾ, ਇਹ ਜੋਕਾਂ ਜਿਹੜੀਆਂ ਮੇਰੇ ਕੋਲ ਪਈਆਂ ਨੇ, ਇਹ ਗਧੇ ਦੇ ਨਫਸ ਦੇ ਨਾਲ ਅਸੀਂ ਲਾਉਂਦੇ ਹਾਂ। ਗਧੇ ਦੇ ਸਲੰਸਰ ਦੇ ਨਾਲ ਲਾ ਕੇ ਜਦੋਂ ਖੂਨ ਪੀ ਕੇ ਜ਼ਮੀਨ ਤੇ ਡਿੱਗ ਪੈਂਦੀਆਂ ਨੇ ਨਾ, ਉਸ ਤੋਂ ਬਾਅਦ ਅਸੀਂ ਚੁੱਕ ਕੇ ਇਹਨਾਂ ਨੂੰ ਤੇਲ ਦੇ ਵਿੱਚ ਸਾੜ ਲੈਂਦੇ ਹਾਂ। ਤੇਲ ਕਿਸ ਚੀਜ਼ ਦਾ ਹੁੰਦਾ ਹੈ? ਸਾਡੇ ਕੋਲ ਸਾਂਡੇ ਦਾ ਤੇਲ ਹੁੰਦਾ ਹੈ, ਸਾਡੇ ਕੋਲ ਕਾਲੇ ਨਾਗ ਦਾ ਤੇਲ ਹੁੰਦਾ ਹੈ, ਕਾਲੇ ਬਿੱਛੂ ਦਾ ਤੇਲ ਹੁੰਦਾ ਹੈ। ਜਿਸ ਤਰ੍ਹਾਂ ਕਿ ਨਾ ਕਾਲੇ ਬਿੱਛੂ ਵੀ ਤੁਹਾਨੂੰ ਦਿਖਾ ਦਿੰਦੇ ਆ। ਤੁਸੀਂ ਇਹ ਨਾ ਸਮਝਣਾ ਕਿ ਹਕੀਮ ਸਾਹਿਬ ਖਾਲੀ ਗੱਲਾਂ ਕਰਦੇ ਨੇ, ਤੁਹਾਨੂੰ ਪਤਾ ਮੈਂ ਗੱਲਾਂ ਵਾਲਾ ਬੰਦਾ ਨਹੀਂ। ਅੱਲਾ ਦੀ ਮਿਹਰਬਾਨੀ ਨਾਲ ਮੇਰੇ ਕੋਲ ਹਰ ਚੀਜ਼ ਮੌਜੂਦ ਹੈ। ਇਹ ਦੇਖੋ, ਇਹ ਕਾਲਾ ਬਿੱਛੂ। ਆ ਕਈਆਂ ਬੰਦਿਆਂ ਨੂੰ ਹੁਣ ਇੱਥੇ ਵੀ ਸਵਾਲ ਕਰਦੇ ਨੇ, ਤੇ ਮਰਿਆ ਫੌਤ ਹੋਇਆ। ਫੌਤ ਤੂੰ ਹੋਏ ਕਿ ਹੋਵੇ? ਇਹ ਦੇਖ, ਇਹ ਜ਼ਿੰਦਾ ਹੈ। ਇਹਨੂੰ ਮੈਂ ਫੜਿਆ ਹੀ ਉੱਥੋਂ ਜਿੱਥੋਂ ਡਾਂਗਰਾ ਮਾਰ ਸਕੇ ਹੈ। ਤੇ ਗੈਰਤਮੰਦ ਲੋਕ ਜਿਹੜੇ ਹੁੰਦੇ ਨੇ, ਉਹ ਗੈਰਤਮੰਦ ਵਾਲਾ ਕੰਮ ਕਰਦੇ ਨੇ, ਤੇ ਦੂਸਰੇ ਬੰਦੇ ਤੇ ਟੇਬਲ ਤੇ ਰੱਖਦੇ, ਹਕੀਮ ਤੇ ਟੇਬਲ ਛੱਡ ਕੇ ਨੱਸ ਜਾਏਗਾ। ਇਹ ਇਧਰ ਦੇਖ, ਇਹਦਾ ਕੰਡਾ ਹੀ ਇਹ ਦੇਖ, ਨਜ਼ਰ ਆ ਰਿਹਾ? ਮੈਨੂੰ ਕੰਡੇ ਦੇ ਉੱਤੋਂ ਫੜ ਲਿਆ, ਹੁਣ ਇਹ ਡੰਗ ਮਾਰ ਸਕਦਾ ਮੈਨੂੰ? ਤੇ ਕਾਲੇ ਬਿੱਛੂਆਂ ਦੀ ਅਸੀਂ ਗੱਲ ਸੁਣੀ ਸੀ, ਜਿਹੜਾ ਬੰਦਾ ਕਾਲੇ ਬਿੱਛੂ ਲਿਆਏਗਾ ਨਾ ਲੱਭ ਕੇ, ਉਹਨੂੰ 10 ਲੱਖ 20 ਲੱਖ ਕਰੋੜ 2 ਕਰੋੜ ਅੱਲਾ ਜਾਣਦਾ। ਮੈਂ ਤੇ ਬਾਲਟੀਆਂ ਭਰੀ ਫਿਰਨਾ। ਵੇਖੋ, ਇਹ ਦੇਖੋ ਯਾਰ, ਇਹ ਦੇਖੋ, ਨਜ਼ਰ ਆਉਂਦੇ ਪਏ ਜੇ ਬਾਲਟੀਆਂ ਭਰੀਆਂ ਪਈਆਂ। ਇੱਧਰ ਆ ਕੇ ਵੇਖੋ, ਮੇਰੇ ਕੋਲ ਸਾਰੀਆਂ ਬਾਲਟੀਆਂ ਭਰੀਆਂ ਪਈਆਂ, ਸੱਪਾਂ ਦੀਆਂ ਬਾਲਟੀਆਂ ਭਰੀਆਂ ਪਈਆਂ ਮੇਰੇ ਕੋਲ। ਮੇਰੇ ਕੋਲ ਤੇ 10 ਲੱਖ ਰੁਪਏ ਦੀ ਗੱਲ ਕਰਦੇ, ਮੇਰੇ ਕੋਲ ਤੇ 10,000 ਦਾ ਕੋਈ ਕਾਲਾ ਬਿੱਛੂ ਲੈਣ ਨਹੀਂ ਆਇਆ। ਅਗਰ ਕਿਸੇ ਬੰਦੇ ਨੂੰ ਚਾਹੀਦੇ ਹੋਣ ਕਾਲੇ ਬਿੱਛੂ, ਕਿਲੋਆਂ ਦੇ ਹਿਸਾਬ ਨਾਲ, ਮਨਾਂ ਦੇ ਹਿਸਾਬ ਨਾਲ ਮੇਰੇ ਕੋਲ ਲੈ ਸਕਦਾ। ਮੈਂ ਖੁਦ ਸ਼ਿਕਾਰੀ ਹਾਂ। ਮੈਂ ਸੱਪ ਫੜਨ ਵਾਸਤੇ ਆਪ ਜਾਣਾ, ਜਾਨਵਰ ਫੜਨ ਵਾਸਤੇ ਮੈਂ ਕਾਲੇ ਬਿੱਛੂ ਆਪ ਜਾਣਾ। ਮੈਨੂੰ ਜਿੰਨਾ ਮਾਲ ਚਾਹੀਦਾ ਹੁੰਦਾ ਨਾ, ਮੈਂ ਆਪ ਧਿਆਨ ਨਾਲ ਫੜ ਕੇ ਲੈਣਾ, ਕਿਉਂਕਿ ਮੈਨੂੰ ਨਰ ਦੀ ਜ਼ਰੂਰਤ ਹੁੰਦੀ, ਮਾਦੀ ਦੀ ਨਹੀਂ। ਮਾਦੀ ਹੁੰਦੀ, ਨਰ ਹੁੰਦਾ। ਮੈਂ ਨਰ ਦਾ ਤੇਲ ਬਣਾਉਣਾ, ਕਿਉਂਕਿ ਨਰ ਦਾ ਤੇਲ ਪਾਵਰ ਵਾਲਾ ਵੀ ਹੁੰਦਾ ਔਰ ਤਾਕਤ ਵਾਲਾ ਵੀ। ਔਰ ਕਾਲੇ ਬਿੱਛੂ ਦੀ ਇੱਕ ਹੋਰ ਤੁਹਾਨੂੰ ਗੱਲ ਸਮਝਾਦਾ, ਅੱਲਾ ਨਾ ਕਰੇ ਜ਼ਿੰਦਗੀ ਦੇ ਅੰਦਰ ਕਦੀ ਕਿਸੇ ਜਵਾਨ ਬੰਦੇ ਨੂੰ, ਕਿਸੇ ਬੱਚੇ ਨੂੰ, ਕਿਸੇ ਬੁੱਢੇ ਨੂੰ ਕੀੜਾ ਲੜ ਜਾਂਦਾ, ਜਿਹਨੂੰ ਸੱਪ ਕਹਿੰਦੇ ਨੇ ਪੰਜਾਬੀ ਜਟਵੀ ਜ਼ੁਬਾਨ ਦੇ ਅੰਦਰ। ਅਗਰ ਸੱਪ ਜਾਵੇ ਲੜ, ਉੱਥੇ ਕਾਲੇ ਬਿੱਛੂ ਦਾ ਤੇਲ ਲਾ ਦਿਓ, 2 ਕਤਰੇ ਤੇਲ ਦੇ ਲਾ ਦਿਓ। ਤੇਲ ਲਾਉਂਦੇ ਨਾਲ ਸਾਰਾ ਜ਼ਹਿਰ ਦਾ ਅਸਰ ਖਤਮ ਹੋ ਜਾਏਗਾ, ਔਰ ਤੁਹਾਨੂੰ ਬਿਲਕੁਲ ਜ਼ਹਿਰੀਲੀ ਚੀਜ਼ ਅਸਰ ਨਹੀਂ ਕਰੇਗੀ। ਅਗਰ ਜਿਹੜੇ ਬੰਦੇ ਨੂੰ ਜ਼ਿੰਦਗੀ ਦੇ ਅੰਦਰ ਇੱਕ ਮਰਤਬਾ ਵੀ ਕਾਲਾ ਬਿੱਛੂ ਲੜਿਆ ਹੋਵੇ, ਉਸ ਬੰਦੇ ਨੂੰ ਜ਼ਿੰਦਗੀ 'ਚ ਸ਼ੂਗਰ ਨਹੀਂ ਹੋਏਗੀ। ਜਿਸ ਬੰਦੇ ਨੂੰ ਕਾਲਾ ਬਿੱਛੂ ਜ਼ਿੰਦਗੀ 'ਚ ਇੱਕ ਵਾਰੀ ਵੀ ਵੜ ਜਾਵੇ, ਕਦੀ ਉਹਨੂੰ ਬਲੱਡ ਪ੍ਰੈਸ਼ਰ ਤੇਜ਼ ਨਹੀਂ ਹੋਏਗਾ, ਕਦੀ ਉਹਨੂੰ ਬਲੱਡ ਕੈਂਸਰ ਨਹੀਂ ਹੋਏਗਾ। ਜਿਹੜੇ ਬੰਦੇ ਨੂੰ ਕਾਲਾ ਬਿੱਛੂ ਜਾਵੇ ਲੜ, ਕਦੀ ਜ਼ਿੰਦਗੀ ਦੇ ਅੰਦਰ ਉਸ ਮਰਜ਼ ਦੀ ਕਦੀ ਨਜ਼ਰ ਕਮਜ਼ੋਰ ਨਹੀਂ ਹੋਏਗੀ। ਨਹੀਂ ਯਕੀਨ ਆਂਦੀ ਤਾਂ ਲੜਾ ਕੇ ਵੇਖ ਲੈ, ਨਹੀਂ ਯਕੀਨ ਤੇ ਇਹ ਵੇਖ, ਇਹ ਕਾਲਾ ਬਿੱਛੂ ਨੂੰ ਲੜਾ ਕੇ ਵੇਖ ਲੈ। ਇਹ ਲੜ ਜਾਵੇ ਨਾ ਤੇ ਬੰਦਾ ਤੜਪਦਾ ਇੰਜ ਜਿਵੇਂ ਮੱਛੀ ਤੜਪਦੀ, ਔਰ ਕਾਲਾ ਬਿੱਛੂ ਤੇ ਲੜਿਆ ਬੰਦਾ ਕਦੀ ਮਰਿਆ ਨਹੀਂ ਜੀ। ਇਹ ਵੀ ਗੱਲ ਪੱਕੀ, ਜੇ ਮਰਿਆ ਨਹੀਂ। ਤੇ ਕਈ ਬੰਦੇ ਅਸੀਂ ਵੇਖੇ ਨੇ, ਪਾਣੀ ਵਾਲੇ ਸੱਪ ਉਹਨਾਂ ਨੂੰ ਲੜ ਜਾਂਦੇ ਨੇ, ਬੰਦੇ ਮਰ ਜਾਂਦੇ ਨੇ, ਹਾਲਾਂਕਿ ਉਹਨਾਂ ਦੇ ਅੰਦਰ ਜ਼ਹਿਰ ਨਹੀਂ। ਜ਼ਹਿਰ ਵੀ ਆ ਜਿਹੜੇ ਮੇਰੇ ਕੋਲ ਪਏ ਨੇ, ਕਾਲੇ ਨਾਗ ਫਨ ਵਾਲੇ ਫਨੀਅਰ ਸੱਪ ਜਿਹੜੇ ਨਾ, ਇਹਨਾਂ ਦੇ ਅੰਦਰ ਹੀ ਆ। ਵੇਖੀ, ਇਹ ਤੁਹਾਨੂੰ ਦਿਖਾ ਦਿੰਦੇ ਆ ਜੀ। ਇਹ ਵੀ, ਇਹ ਇੱਧਰ ਦੇਖੋ, ਇਹ ਇਹਨਾਂ ਦੇ ਅੰਦਰ ਜ਼ਹਿਰ ਜੇ, ਬਾਕੀ ਸੱਪਾਂ ਦੇ ਅੰਦਰ ਨਹੀਂ ਜ਼ਹਿਰ। ਇਹ ਇੱਧਰ ਵੇਖੋ ਜਰਾ, ਇਹ ਦੇਖੋ, ਇਹ ਜ਼ਹਿਰੀਲੇ ਸੱਪ ਨੇ। ਇਹ ਕਿਹੜੇ ਸੱਪ ਨੇ ਮੌਲਵੀ ਬੋਲ? ਫਨੀਅਰ। ਜਿਵੇਂ ਤੂੰ ਫਨੀਅਰ, ਇਵੇਂ ਵੀ ਫਨੀਅਰ ਨੇ। ਲਓ ਜੀ, ਇਹ ਸੱਪ ਨੇ ਜ਼ਹਿਰ ਵਾਲੇ। ਇਹ ਅਸੀਂ ਹੁਣ ਲਿਆਂਦੇ ਨੇ, ਹਜੇ ਇਹਨਾਂ ਨੂੰ ਅਸੀਂ ਸਫਾਈ ਕਰਨੀ ਹੈ ਸਾਰੇ ਸੱਪਾਂ ਦੀ। ਤੇ ਇਸੇ ਤਰੀਕੇ ਦੇ ਨਾਲ ਸਾਡੇ ਕੋਲ ਜਿੰਨੇ ਪਏ ਨੇ ਨਾ, ਸਾਰੇ ਸੱਪ ਨੇ, ਜ਼ਿੰਦਾ ਮੌਜੂਦ ਨੇ। ਲਓ ਹੁਣ ਤੁਹਾਨੂੰ ਭੱਠੀਆਂ ਵਿਖਾਣੇ ਆ, ਜਿੱਥੇ ਅਸੀਂ ਤੇਲ ਜਿੱਥੇ ਅਸੀਂ ਕੁਸ਼ਤਾ ਬਣਾਉਂਦੇ ਆ ਨਾ, ਇਹਦਾ ਹੀਰੇ ਦਾ ਔਰ ਸੋਨੇ ਦਾ, ਔਰ ਜਿੱਥੇ ਅਸੀਂ ਪਾਰਾ ਮਾਰਨੇ ਆ। ਪਾਰੇ ਦੀ ਇੱਕ ਗੋਲੀ ਦਾ ਨਾਮ ਸੁਣਿਆ ਜੀ? ਉਹ ਕਹਿੰਦੇ ਨੇ ਪਾਰੇ ਦੀ ਗੋਲੀ ਦਾ ਮੈਨੂੰ ਨਾ ਕਾਸ਼ ਕਿਤੇ ਜ਼ਿੰਦਗੀ ਦੇ ਅੰਦਰ, ਪੂਰੀ ਜ਼ਿੰਦਗੀ ਦੇ ਅੰਦਰ ਪਾਰੇ ਦੀ ਗੋਲੀ ਇੱਕ ਲੱਭ ਜਾਵੇ ਨਾ, ਤੇ ਦੁੱਧ ਦੇ ਵਿੱਚ ਪਾ ਕੇ ਇਸ ਤਰ੍ਹਾਂ ਕਰਕੇ ਖੋਰ ਨਹੀਂ ਹੈ ਦੁੱਧ ਦੇ ਅੰਦਰ, ਦਹਾ ਪਾਰੇ ਦੀ ਗੋਲੀ ਲਿਆ ਫੜ ਕੇ ਅੰਦਰੋਂ ਗੋਲੀ ਇੱਕ ਲੈ। ਤੁਹਾਨੂੰ ਅੱਜ ਪਾਰੇ ਦੀ ਗੋਲੀ ਵੀ ਦਿਖਾ ਦਿੰਦੇ ਆ। ਪਾਰੇ ਦੀ ਗੋਲੀ ਦੁੱਧ ਦੇ ਅੰਦਰ ਪਾ ਕੇ, ਸਿਰਫ ਦੁੱਧ ਦੇ ਅੰਦਰ ਖੋਰ ਨਹੀਂ ਹੈ, ਤੇ ਖੋਰਨ ਤੋਂ ਬਾਅਦ ਗੋਲੀ ਸਾਈਡ ਤੇ ਕੱਢ ਦੇ, ਜਵਾਨ ਬੰਦਾ ਦੁੱਧ ਨੂੰ ਲਵੇ ਪੀ। ਤੇ ਬਾਕੀ ਗੱਲ ਇਹ ਹੈ ਕਿ ਪੀਣ ਤੋਂ ਬਾਅਦ ਮਸ਼ੀਨ ਕੋਲ ਹੋਣੀ ਚਾਹੀਦੀ। ਅਗਰ ਮਸ਼ੀਨ ਕੋਲ ਨਹੀਂ ਤੇ ਦੁੱਧ ਨਾ ਪੀਵੇ। ਇਹਨੂੰ ਫੁੱਦੂ ਹਕੀਮ ਨਹੀਂ ਸਮਝਣਾ। ਹਕੀਮ ਹਾਫਿਜ਼ ਮੁਹੰਮਦ ਯਾਸਿਨ ਲਾਹੌਰ ਵਾਲੇ ਦੀ ਵੀਡੀਓ ਤੇ ਲਾਹੌਰ ਵਾਲੇ ਦਾ ਨੁਕਸਾ ਜੇ। ਇਹ ਉਹ ਨਹੀਂ ਸਮਝਣਾ ਕਿ ਪਾਰੇ ਦਾ ਨਾਂ ਸੁਣਾ ਕੇ ਬੰਦਾ ਪਾਰਾ ਮਾਰ ਕੇ ਦੇ ਗਿਆ। ਮੈਂ ਪਾਰਾ ਮਾਰਦਾ ਨਹੀਂ, ਮੈਂ ਜ਼ਿੰਦਾ ਰੱਖਦਾ ਜੇ, ਕਿਉਂਕਿ ਜ਼ਿੰਦਾ ਚੀਜ਼ ਹਮੇਸ਼ਾ ਕੰਮ ਕਰਦੀ, ਤੇ ਕਦੀ ਮਰੀ ਚੀਜ਼ ਨੇ ਕੰਮ ਨਹੀਂ ਜੇ ਕੀਤਾ। ਇਹ ਲਓ ਜੀ, ਇਹ ਪਾਰੇ ਦੀ ਗੋਲੀ ਵੇਖੋ, ਜਿਹੜੀ ਮੈਂ ਪਾਰੇ ਦੀ ਗੋਲੀ ਬਣਾਈ ਹੈ ਨਾ, ਇਹ ਗੋਲੀ ਗਿਓ, ਇਹ ਮੈਂ ਪਾਰੇ ਦੀ ਗੋਲੀ ਬਣਾਈ ਜੇ। ਇਹ ਲਓ, ਇਹ ਪਾਰੇ ਦੀ ਗੋਲੀ ਜੇ, ਔਰ ਇਹਦੇ ਅੰਦਰ ਧਾਗੇ ਨੂੰ ਪਰੋ ਕੇ, ਇਹਨੂੰ ਦੁੱਧ ਦੇ ਅੰਦਰ ਗਰਮ ਕਰਕੇ, ਸਿਰਫ ਇਹਨੂੰ ਇਸ ਤਰ੍ਹਾਂ ਕਰਕੇ ਹਿਲਾ ਕੇ ਗੋਲੀ ਬਾਹਰ ਕੱਢ ਲੈਣੀ ਹੈ, ਤੇ ਖਾਲੀ ਦੁੱਧ ਨੂੰ ਪੀਣਾ, ਗੋਲੀ ਨਹੀਂ ਪੀਣੀ। ਗੋਲੀ ਪੀਤੀ ਖਾਧੀ ਤੇ ਮਰ ਜਾਏਗਾ। ਦੁੱਧ ਪੀਣ ਤੋਂ ਬਾਅਦ ਤੇਰਾ ਜਨਾਬੇ ਲਈ ਰੰਗ ਹੋ ਜਾਏ ਲਾਲ ਸੁਰਖ, ਪੱਠਿਆਂ 'ਚ ਬੇਪਨਾ ਤਾਕਤ ਆ ਜਾਵੇ, ਥੱਲੋਂ ਸਲੈਂਸਰ ਟਨ ਟਨ ਦੀਆਂ ਆਵਾਜ਼ਾਂ ਦੇਵੇ,
शरह च कोई शर्म नहीं। कई बंदे यकीन जगदे मेरी गल सुन के भला ही कहते हैं हकीम हाफिज यासीन साहब हज किते ने माशाअल्लाह ते गल्लां किहड़ियां करदे जे। देखो शरह च कोई शर्म नहीं, मसले च कोई हया नहीं। साडा कुरान फरमांदा है कि जिन्हें कम तोलिया, कम नापिया, मिलावट की, जिन्हें बेईमानी की, जिन्हें धोखा किया, साडे चों नहीं। ते असीं अल्लाह दे हुक्म नाल धोखा नहीं करते। सब तो पहले पाकी करा करो, निस्बत ईमान जे। यकीन करके जाना मैं बड़े बड़े बंदे वेखे ने जिहड़े ना थल्ले सफाई नहीं करते, पाकी नहीं करते, 40-40 दिन उन्होंने गुजर जाते हैं। मैं कहना 3-3 महीने तक वो बंदे सफाई नहीं करते। मैं बड़े बंदे वेखे, साडा काम है ना। मेरे को अगले दिन एक बंदा आया, मैं कहा यार चेक करवा हाँ तेन क्यों नहीं, मैं चीज़ा फायदा करते तू हज़ारा कि मैं को दवाई लैके आया तो मेरे को भी आ गया। जो मैं उन्होंने वेख्या तो यकीन करके जानो एडे एडे लम्बे वाल। मैं कहा तू एक गल मैनू दस, आ जिहड़े सिर दे वाल ने क्यों घटाते हो? कहता नसां दा खून पींदे ने। मैं कहा इत्थे कोई पैप्सी दी जां कोक दी बोतल पींदे ने? इत्थे भी तो नसां दा खून पींदे ने ना। इहदे अंदर 313 रगां ने, ए नफ्स दे अंदर 313 रगां, 313 पट्ठे ने, ते 313 रगां 13 पट्ठे ने, बिल्कुल वाल नालों बरीक पट्ठे ने। तो जो उन्होंने पाकी नहीं करोगे, सफाई नहीं करोगे, उस टाइम कमजोर हो जाएंगे, नसां कमजोर हो जाएंगियां, नफ्स के अंदर टेढ़ापन आ जाएगा, पतलापन आ जाएगा, लागड़पन आ जाएगा। तो जब नमाज पढ़िया करो, नमाज बुराइयां तो रोक दीजिए, नमाज पढ़ना नबी दा अखां दी ठंडक जे, तो नमाज पढ़ना बहुत जरूरी है। बाकी सारिया चीज़ों की माफ़ी, जो नमाज की माफ़ी नहीं। तो शरह च शर्म नहीं, मसले च हज़ार नहीं। पाकिस्तान दे जिंदाबाद। नंबर दोबारा नोट कर लो 03008575378378। दूसरा नंबर 0318 100 पूरा 5378। मेरा पर्सनल नंबर भी अज लिख लो 0345 42 50 656। और मैनू उही बंदा कॉल करे जिन्हों को एमरजेंसी मसला है, ਜਾਂ जिन्हों को जरूरी गल करनी है। टाइम तो वक्त बहुत कीमती होती वजह है कि मैं जोहराती बंदा, कुश्ते बनाने वाला, जोहर बनाने वाला, टाइम टेबल नहीं है, टाइम बहुत घट है। क्योंकि टाइम घट होने की वजह तो अगर मैं किसी की कॉल ना सुन सका, किसी को टाइम ना दे सका, तो वास्ते मैं हथ जोड़ के माफ़ी चाहना भरावां कोलों। मगर मैं कोशिश करना कि मैं सारिਆਂ ਨੂੰ टाइम ही देवां और फोन भी चुका और राबता भी रखा। बाकी ਜਿਹੜੀਆਂ गल्लां रह गई ने मेरे WhatsApp पर आ जाओ, कॉल करो, मेरे नाल राबता करो। बाकी इंशाअल्लाह ताला नेक्स्ट टाइम वीडियो च अगली वीडियो च मुलाकात होएगी। हुण तुहानूं आ जाओ पट्ठियां दिखाने जिद्दे असीं तेल बनाने हैं, जिथे साडे कुश्ते बनदे ने। पाकिस्तान जिंदाबाद। अस्सलाम वालेकुम रहमतुल्लाह व बरकातहू। अच्छा आखिरी गल रह गई, ਜਿਹੜੇ ਬੰਦੇ ਕਹਿੰਦੇ ना फेक ਬੰਦਰਾ ਲਮੀਰਾਂ ਤੋਂ ਕਿਵੇਂ ਬਚੀਏ, वीडियो कॉल करो यार। दूसरी गल है कि ਜਿਹੜੇ ਬੰਦੇ ਕਹਿੰਦੇ ਨੇ कि पाकिस्तान तो बाहर ਤੁਹਾਡੀ ਮੈਡੀਸਨ ਆ ਸਕਦੀ, पूरी दुनिया ਦੇ इसराइल तो इलावा जिथे भी मंगाना चाहो मंगाओ, साड़ी मेडिसिन पहुँचती है। पाकिस्तान भी, पाकिस्तान तो बाद भी, पाकिस्तान तो बाहर भी DHL के जरिए साड़ी मेडिसिन पहुँचेगी पूरी ईमानदारी नाल। और मैं एड्डी वड्डी गल तुहानूं दस दी है कि देखो यार, हर बंदा माँ का यार नहीं होंदा, कोई ना कोई माई का लाल भी होंदा। ते असीं इंशाअल्लाह लाला वाला काम करांगे, बगैरतां दी गल नहीं करांगे। पाकिस्तान जिंदाबाद। अस्सलाम वालेकुम रहमतुल्लाहि व बरकातहू।